ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਲ ਵਿਖ ਨਾਸੇ। ਸੰਤ ਹੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ। ਉਧਾਰ ਹੁਆ ਹੈ ਜੀ ਕਾ ਰਹਾਉ। ਜੈ ਜੈਕਾਰ ਜਗ ਗਾਵੈ, ਮਨ ਚਿੰਦਿਅੜੇ ਫਲ ਪਾਵੈ। ਸਹੀ ਸਲਾਮਤ ਨਾਏ ਆਏ, ਆਪਣਾ ਪ੍ਰਭੂ ਥਿਆਏ। ਸੰਤ ਸਰੋਵਰ ਨਹਾਵੈ, ਸੋ ਜਨ ਪਰਮ ਗਤ ਪਾਵੈ। ਮਰੈ ਨ ਆਵੈ ਜਾਈ, ਹਰ ਹਰ ਨਾਮ ਧਿਆਈ। ਇਹੋ ਬ੍ਰਹਮ ਵਿਚਾਰ ਸੋ ਜਾਣੈ, ਜਿਸ ਦਇਆਲ ਹੋਏ ਭਗਵਾਨ। ਬਾਬਾ ਨਾਨਕ ਪ੍ਰਭ ਸ਼ਰਣਾਈ, ਸਭ ਚਿੰਤਾ ਗਣਤ ਮਿਟਾਈ। ਬਾਬਾ ਨਾਨਕ ਪ੍ਰਭ ਸ਼ਰਣਾਈ, ਸਭ ਚਿੰਤਾ ਗਣਤ ਮਿਟਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰੂ ਜੀ ਨੇ ਬੜੀ ਮਿਹਰ ਕਿਰਪਾ ਰਹਿਮਤ ਕੀਤੀ ਹੈ, ਜੋ ਕਿ ਅੰਮ੍ਰਿਤ ਵੇਲੇ ਆਪਣੇ ਪਤਿਤ ਪਾਵਨ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਸੋਰਠ ਰਾਗਣੀ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। 623 ਅੰਕ 'ਤੇ ਸੁਸ਼ੋਭਿਤ ਹੈ। ਮਹਾਰਾਜ ਜੀ ਬੜੀ ਹੀ ਕਿਰਪਾ ਕਰਦੇ ਨੇ, ਬੜਾ ਸਾਨੂੰ ਧਰਵਾਸ ਦਿੱਤਾ। ਬਾਣੀ ਤਾਂ ਸਾਰੀ ਧਰਵਾਸ ਦਿੰਦੀ ਹੈ, ਬਾਣੀ ਤੋਂ ਵੱਡਾ ਕੋਈ ਸਹਾਰਾ ਨਹੀਂ ਹੋ ਸਕਦਾ। ਇਸ ਸੰਸਾਰ ਦੇ ਵਿੱਚ ਹੋਰ ਜਿਤਨੇ ਵੀ ਸਹਾਰੇ ਨੇ, ਉਹ ਸਾਰੇ ਹੀ ਖਿਨ ਭੰਗਰ ਨੇ, ਥੋੜ੍ਹੇ ਚਿਰ ਵਾਸਤੇ ਆ, ਝੂਠੇ ਨੇ। ਬਾਣੀ ਦਾ ਸਹਾਰਾ ਜਿਹੜਾ ਬਹੁਤ ਵੱਡਾ ਆ, ਅਤੇ ਇਹ ਪ੍ਰਲੋਕ ਤਾਈਂ ਜਾਂਦਾ ਸਹਾਰਾ, ਪ੍ਰਲੋਕ ਤਾਈਂ। ਧੰਨ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ, ਆਓ ਸਮਝੀਏ। ਕਹਿੰਦੇ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਇਹ ਵਾਲ ਤੱਕ ਨਹੀਂ ਵਿੰਗਾ ਹੁੰਦਾ ਜਦੋਂ ਕਰਤਾ ਪੁਰਖ ਵਿੱਚ ਖੜ ਜਾਂਦਾ। ਇਹ ਤਾਂ ਹੁਣ ਜਿਹਨੇ ਆਵਾਜ਼ ਮਾਰਨੀ ਕਰਤੇ ਪੁਰਖ ਨੂੰ, ਫਿਰ ਉਹਦੇ ਕੰਮ 'ਚ ਹੀ ਖੜੂ ਬਣ ਕੇ। ਜਿਹੜਾ ਸੱਦਦੇ ਨੇ ਤੂੰ ਰਹਿਣ ਦੇ, ਮੈਂ ਆਪ ਹੀ ਇਕੱਲੇ ਨੇ ਕਰ ਲੈਣਾ, ਫਿਰ ਤਾਂ ਵਿਘਨ ਪੈਣੇ ਹੀ ਪੈਣੇ ਆ। ਕਰਮ ਤਾਂ ਸਾਡੇ ਨੇ ਚੰਗੇ ਨਹੀਂ ਵੀ ਸਾਡੇ ਕੰਮਾਂ 'ਚ ਵਿਘਨ ਨਾ ਪਵੇ, ਕਰਮ ਤਾਂ ਨੇ ਚੰਗੇ ਹੈ ਨਹੀਂ ਗੇ। ਕਰਤੇ ਪੁਰਖ ਨੂੰ ਆਵਾਜ਼ ਮਾਰ ਲਈਏ
ਤੇ ਕਰਤਾ ਪੁਰਖ ਸਾਡੇ ਨਾਲ ਆ ਗਿਆ, ਸਾਡੇ ਕੋਲ ਖੜ ਗਿਆ, ਫਿਰ ਜਿਹੜੇ ਮਰਜ਼ੀ ਕੰਮ ਨੂੰ ਹੱਥ ਪਾਓ, ਵਿਘਨ ਨਹੀਂ ਪੈਂਦਾ। ਕਰਤੇ ਪੁਰਖ ਨੂੰ ਅਰਦਾਸ ਕਰਕੇ ਆਵਾਜ਼ ਕਿੱਦਾਂ ਮਾਰੀਦੀ? ਅਰਦਾਸ ਕਰੀਦੀ ਆ, ਅਰਦਾਸ ਕਰਕੇ ਉਹ ਨਾਲ ਲਈਦਾ ਕਰਤੇ ਪੁਰਖ ਨੂੰ। ਔਰ ਹਰੇਕ ਦੀ ਆਵਾਜ਼ ਸੁਣਦਾ, ਪਰ ਜਿਹਨੂੰ ਆਵਾਜ਼ ਮਾਰਨੀ ਆਉਂਦੀ ਹੈ ਇਹ ਨਹੀਂ ਵੀ ਨਹੀਂ ਸੁਣਦਾ। ਔਰ ਹਰੇਕ ਦੇ ਨਾਲ ਤੁਰਦਾ, ਹਰੇਕ ਦੇ ਨਾਲ ਖੜਦਾ ਜਿਹੜਾ ਨਾਲ ਉਹਨੂੰ ਖੜਾਊਗਾ। ਉਹਦੀਆਂ ਸ਼ਰਤਾਂ ਨੇ, ਕਹਿੰਦਾ ਜੇ ਮੈਨੂੰ ਖੜਾਉਣਾ ਤਾਂ ਫਿਰ ਹੋਰ ਕਿਸੇ ਨੂੰ ਨਾਲ ਨਾ ਰੱਖੀ, ਜੇ ਮੈਨੂੰ ਖੜਾਉਣਾ ਨਾਲ। ਜਿਹੜਾ ਤੈਂਜ ਕਰਦਾ ਉਹਦੇ ਨਾਲ ਖੜਦਾ, ਜਿਹੜਾ ਕਹਿੰਦਾ ਕੋਈ ਨਹੀਂ ਤੂੰ ਵੀ ਆ ਜਾ, ਬਾਕੀ ਵੀ ਆ ਜਾਣਗੇ, ਉਹਦੇ ਨਾਲ ਨਹੀਂ ਖੜਦਾ, ਉਹਦੇ ਨਾਲ ਨਹੀਂ ਖੜਦਾ। ਔਰ ਜਿਹਦੇ ਨਾਲ ਉਹ ਖੜਦਾ ਨਾ, ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ, ਚਾਹੇ ਲੱਖਾਂ ਫੌਜਾਂ ਹੋਣ। ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀਜੈ। ਜਿੰਨੀਆਂ ਮਰਜ਼ੀ ਫੌਜਾਂ ਮਿਲ ਕੇ ਆ ਜਾਣ, ਉਹਦਾ ਵਾਲ ਵਿੰਗਾ ਨਹੀਂ ਹੋ ਸਕਦਾ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੱਕ ਬੜੀ ਵੱਡੀ ਮਿਸਾਲ ਹੈ ਸਾਡੇ ਸਾਹਮਣੇ, ਵੀ ਦੁਸ਼ਮਣ ਦੀਆਂ ਫੌਜਾਂ ਨੇ ਕੀ ਨਹੀਂ ਕੀਤਾ, ਕਿਹੜਾ ਹੱਥਕੰਡਾ ਨਹੀਂ ਵਰਤਿਆ ਉਹਨਾਂ ਨੇ। ਕਹਿੰਦੇ ਕਿਲ੍ਹੇ ਵਿੱਚ ਹੈ, ਕਿਲ੍ਹੇ 'ਚੋਂ ਬਾਹਰ ਤਾਂ ਆਵੇ ਜਰਾ, ਬਾਹਰ ਇੱਕ ਵਾਰੀ ਖੜ ਲਈਏ। ਬਾਹਰ ਵੀ ਆਏ, ਕੱਖ ਨਹੀਂ ਕਰ ਸਕੇ, ਕਿਉਂਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹੜਾ ਜੀਵਨ ਜੀਵਿਆ, ਇੱਕ ਆਮ ਇਨਸਾਨ ਵਾਲਾ ਜੀਵਨ ਜੀਵਿਆ। ਉਹਨੇ ਕਰਾਮਾਤਾਂ ਹੀ ਦਿਖਾ ਲੈਣੀਆਂ ਹੁੰਦੀਆਂ, ਇੱਕ ਬਚਨ ਦੇ ਨਾਲ ਸਭ ਕੁਝ ਕਰ ਸਕਦੇ। ਚਮਕੌਰ ਦੀ ਧਰਤੀ 'ਤੇ ਜਿਹੜੇ ਆਏ ਸੀ ਮੁਗਲ ਜਿੰਨੇ, ਇੱਕ ਤੀਰ ਹੀ ਬੜਾ ਸੀ ਸਾਰਿਆਂ ਲਈ। ਜੇ ਉਹ ਪਹਿਲੇ ਅਵਤਾਰਾਂ ਵਾਲਾ ਕੰਮ ਕਰਦੇ, ਕਰਾਮਾਤਾਂ ਦਿਖਾ ਦਿੰਦੇ, ਤਾਂ ਉਹਨਾਂ ਨੇ ਜੂਝਣਾ ਸਿਖਾ ਲਿਆ, ਸਪਿਰਿਟ ਪੈਦਾ ਕਰ ਦਿੱਤੀ, ਆਪਣੇ ਹੱਕਾਂ ਦੀ ਖਾਤਰ ਜੂਝੀ ਦਾ। ਲੜ ਕੇ ਮਰਾਂਗੇ, ਸ਼ਹਾਦਤਾਂ ਹੋਣਗੀਆਂ। ਅਰੇ ਸ਼ਹਾਦਤ ਦਾ ਉਹ ਰੁਤਬਾ ਜਿਹੜਾ ਕਿਸੇ ਤਪੱਸਵੀ ਨੂੰ ਪ੍ਰਾਪਤ ਨਹੀਂ ਹੁੰਦਾ, ਸ਼ਹੀਦ ਨੂੰ ਹੀ ਪ੍ਰਾਪਤ ਹੁੰਦਾ ਹੈ, ਤਪੱਸਵੀ ਨੂੰ ਪ੍ਰਾਪਤ ਨਹੀਂ ਹੁੰਦਾ ਹੈ। ਕੋਈ ਵੀ ਸਿੱਖ ਜਦੋਂ ਉਹਨੂੰ ਆਵਾਜ਼ ਮਾਰਦਾ ਨਾ, ਤੇ ਕਰਤਾ ਪੁਰਖ ਉਹਦੇ ਨਾਲ ਖੜਦਾ ਆ ਜੀ। ਜਦੋਂ ਅਰਦਾਸ ਕਰਦਾ ਹੈ, ਫਿਰ ਜਾਦਾ ਕੋਈ ਵਾਲ ਵਿੰਗਾ ਕਰਕੇ ਸਾਲੇ। ਇੱਕ ਨਹੀਂ, ਭਗਤਾਂ ਦੀਆਂ ਕਿੰਨੀਆਂ ਮਿਸਾਲਾਂ ਨੇ। ਫਿਰ ਅੱਜ ਦੇ ਜ਼ਮਾਨੇ 'ਚ ਚਲੋ ਭਗਤਾਂ ਦੇ ਨਾਲ ਤਾਂ ਖੜਨਾ ਹੀ ਖੜਨਾ, ਭਗਤਾਂ ਦਾ ਵਾਲ ਵਿੰਗਾ ਕਿਸੇ ਨੇ ਕਰਨਾ। ਜੇ ਕਿਸੇ ਨੇ ਬੰਦਗੀ ਵੀ ਨਹੀਂ ਕੀਤੀ ਤੇ ਫਿਰ ਵੀ ਅਰਦਾਸ ਕਰਦਾ, ਉਹਦੇ ਨਾਲ ਵੀ ਖੜਦਾ, ਉਹਦੇ ਨਾਲ ਵੀ ਖੜਦਾ। ਫਿਰ ਜਿਹਦੇ ਨਾਲ ਖੜ ਗਿਆ ਉਹਦਾ ਵਾਲ ਵਿੰਗਾ ਨਹੀਂ। ਮਹਾਰਾਜ ਕਹਿੰਦੇ ਵਾਲ ਨਾ ਵਿੰਗਾ, ਮਤਲਬ ਕੋਈ ਨੁਕਸਾਨ ਨਹੀਂ ਉਹਨੂੰ ਪਹੁੰਚਾ ਸਕਦਾ। ਮੱਜਨ ਗੋਰਿਆਂ ਦਾ ਰਾਸੇ, ਜਪ ਹਰ ਹਰ ਕਿਲ ਵਿਖ ਨਾਸੇ। ਤੀਰਥਾਂ 'ਤੇ ਇਸ਼ਨਾਨ ਕਰਨਾ ਕਿਵੇਂ ਰਾਸ ਆਉਂਦਾ? ਜਿਹੜਾ ਤੀਰਥਾਂ 'ਤੇ ਮੱਜਨ, ਤੀਰਥ 'ਤੇ ਇਸ਼ਨਾਨ ਕਰਨ ਨੂੰ ਮੱਜਨ ਕਿਹਾ ਜਾਂਦਾ ਹੈ। ਭਾਈ ਸਰੋਵਰ ਤਾਂ ਬਣਾ ਤਾ, ਜਿਹੜਾ ਸਰੋਵਰ ਬਣਾਇਆ ਨਾ, ਮਹਾਰਾਜ ਕਹਿੰਦੇ ਬਣਾਇਆ ਤਾਂ ਸਾਰਿਆਂ ਦੇ ਭਲੇ ਵਾਸਤੇ ਹੈ, ਵੀ ਪਾਪ ਲੈਣ ਸਾਰਿਆਂ ਦੇ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਪਰ ਇਹ ਵੀ ਪਤਾ ਲੱਗੇ ਨਾ ਵੀ ਵਿਧੀ ਕਿਹੜੀ ਹੈ। ਤੀਰਥ ਵਿੱਚ ਇਸ਼ਨਾਨ ਕਰਨਾ ਕਿੱਦਾਂ ਰਾਸ ਆਉਂਦਾ, ਵੀ ਕੰਮ ਰਾਸ ਆ ਗਿਆ, ਵੀ ਕੰਮ ਤੇਰਾ ਕਿੱਦਾਂ ਰਾਸ ਆਇਆ, ਹੈ ਨਾ। ਉਹ ਕਹਿੰਦਾ ਮੇਰਾ ਜੀ ਕੰਮ ਰਾਸ ਆ ਗਿਆ। ਮੈਂ ਪੁੱਛਦਾ ਮੇਰੀ ਕਿੱਦਾਂ ਰਾਸ ਆਇਆ, ਮੈਨੂੰ ਵੀ ਦੱਸ ਦੇ। ਕਹਿੰਦੇ ਮੱਜਨ ਗੁਰੂ ਆਂਦਾ ਰਾਸੇ। ਸਤਿਗੁਰੂ ਜੀ ਕਹਿੰਦੇ ਜਿਹੜਾ ਇਹ ਬਣਾਇਆ, ਸਰੋਵਰ ਬਣਾਇਆ, ਇਹਦੇ 'ਚ ਇਸ਼ਨਾਨ ਕਰਨਾ ਇੰਝ ਰਾਸ ਆਉਂਦਾ ਹੈ। ਉਹਨਾਂ ਲਈ ਰਾਸ ਆਉਂਦਾ, ਕਿਹਨਾਂ ਲਈ? ਕਹਿੰਦੇ ਜਪ ਹਰ ਹਰ। ਜਿਹੜੇ ਬਾਣੀ ਪੜ੍ਹਦੇ ਇਸ਼ਨਾਨ ਕਰਦੇ ਆ, ਬਾਣੀ ਪੜ੍ਹਦੇ ਇਸ਼ਨਾਨ ਕਰਦੇ ਆ, ਇਸ਼ਨਾਨ ਕਰਕੇ ਬਾਣੀ ਪੜ੍ਹਦੇ ਆ, ਅਤੇ ਮੁੜ ਕੇ ਫਿਰ ਬਾਣੀ ਦਾ ਪੱਲਾ ਨਹੀਂ ਜੇ ਛੱਡਦੇ। ਉਹਨਾਂ ਦੀ ਗੱਲ ਕਰਦੇ, ਕਹਿੰਦੇ ਜਪ ਹਰ ਹਰ, ਇਹ ਆ ਤੀਰਥਾਂ 'ਤੇ ਇਸ਼ਨਾਨ ਕਰਨ ਦੀ ਵਿਧੀ। ਬਾਣੀ ਪੜ੍ਹਨੀ, ਨਾਮ ਜਪਣਾ, ਅਤੇ ਕਿਲ ਵਿਖ ਨਾਸੇ। ਮਿਲਦਾ ਕੀ? ਕਹਿੰਦੇ ਸਾਰੇ ਪਾਪ ਖਤਮ, ਸਭ ਪਾਪ ਖਤਮ ਹੋ ਜਾਂਦੇ ਆ। ਮਹਾਰਾਜ ਨੇ ਉਹਨਾਂ ਦਿਨਾਂ 'ਚ ਸਰੋਵਰ ਦੀ ਰਚਨਾ ਕੀਤੀ ਸੀ। ਅੰਮ੍ਰਿਤਸਰ ਦੇ ਵਿੱਚ 5 ਸਰੋਵਰ ਬਣਾਏ। ਅਸੀਂ ਤੀਰਥਾਂ ਨੂੰ ਨਿੰਦੇ ਹੀ ਨਹੀਂ ਸਕਦੇ, ਗੁਰੂ ਸਾਹਿਬਾਨਾਂ ਨੇ ਆਪ ਦਾ ਸਰੋਵਰ ਬਣਾਇਆ। ਜਿਹੜੀ ਚੀਜ਼, ਜੋ ਕੰਮ ਗੁਰੂ ਨੇ ਕਰ ਦਿੱਤਾ, ਉਹਨੂੰ ਨਹੀਂ ਅਸੀਂ ਮਾੜਾ ਕਹਿ ਸਕਦੇ।
ਗੁਰੂ ਅਮਰਦਾਸ ਜੀ ਬੌਲੀ ਸਾਹਿਬ ਨਾ ਬਣਾਉਂਦੇ, ਕੋਈ ਸ਼ਬਦ ਤਾਂ ਤੀਰਥ ਹੈ ਹੀ ਹੈ, ਫਿਰ ਬੌਲੀ ਸਾਹਿਬ ਕਿਉਂ ਬਣਾਈ ਉਹਨਾਂ ਨੇ? ਵੇਦ ਬਾਣੀ ਤਾਂ ਸੀ, ਵੇਦ ਬਾਣੀ ਬ੍ਰਹਮ ਬਾਣੀ ਨਹੀਂ, ਬ੍ਰਹਮ ਬਾਣੀ ਹੈ ਵੇਦ ਬਾਣੀ, ਫਿਰ ਗੁਰਬਾਣੀ ਰਚਣ ਦੀ ਕੀ ਲੋੜ ਪੈ ਗਈ? ਵੇਦਾਂ ਦੇ ਹੁੰਦਿਆਂ ਜੇ ਗੁਰਬਾਣੀ ਰਚੀ ਹੈ ਤੇ ਇਹਦਾ ਮਤਲਬ ਜਿੰਨੇ 68 ਤੀਰਥ ਸੀ ਉਹਨਾਂ ਦੇ ਹੁੰਦਿਆਂ ਫਿਰ ਤੀਰਥ ਦੇ ਰਚਣ ਦੀ ਵੀ ਲੋੜ ਪੈ ਗਈ ਮਹਾਰਾਜ ਪਾਤਸ਼ਾਹ ਨੂੰ, ਕਿਉਂਕਿ ਉਹਨਾਂ ਤੀਰਥਾਂ ਤੋਂ ਉੱਤੇ ਮਰਜ਼ਾਦਾ ਖਤਮ ਹੋ ਚੁੱਕੀ ਸੀ, ਤੀਰਥ ਮੈਲੇ ਹੋ ਚੁੱਕੇ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਤੀਰਥ ਰਾਜ ਦੇ ਵਿੱਚ 24 ਘੰਟੇ ਬਾਣੀ ਚੱਲੇਗੀ। ਉਹਦੇ ਨਾਲ ਕੀ ਹੋਵੇਗਾ ਬਈ ਭਾਈ ਜਿਹੜਾ ਇਸ਼ਨਾਨ ਕਰਨੇ ਵਾਲਾ ਉਹਦੇ ਕੰਨਾਂ 'ਚ ਵੀ ਬਾਣੀ ਪਊ, ਜਿਹੜਾ ਜਲ ਹੈ ਉਹ ਵੀ ਬਾਣੀ ਸਰਵਣ ਕਰੇਗਾ, ਇਸ ਕਰਕੇ ਜਲ ਮੈਲਾ ਨਹੀਂ ਹੋਵੇਗਾ। ਇਹਦੇ ਤਾਂ ਉਹ ਸਪਿਰਟ ਹੋਵੇਗੀ, ਪਾਪਾਂ ਨੂੰ ਧੋ ਕੇ ਰੱਖ ਦਊਗਾ, ਸਪਿਰਟ ਹੋਊਗੀ ਇਹਦੇ ਵਿੱਚ। ਹੁਣ ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਆ, ਕਹਿੰਦੇ ਜਪ ਹਰ ਹਰ ਕਿਲ ਵਿਖ ਨਾਸੇ। ਫਿਰ ਕਹਿੰਦੇ ਨੇ ਸੰਤ ਰਾਮਦਾਸ ਸਰੋਵਰ ਨੀਕਾ। ਇਹਦੇ ਵਿੱਚ 2 ਸਰੋਵਰਾਂ ਦੀ ਗੱਲ ਆਈ ਹੈ, ਅਤੇ ਜਿਹੜਾ ਸਰੋਵਰ ਸਾਧ ਸੰਗਤ ਹੈ ਉਹ ਵੱਖਰਾ ਲਿਖਿਆ ਮਹਾਰਾਜ ਨੇ। ਇੱਥੇ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦਾ ਨਾਂ ਲੈ ਕੇ ਰਾਮਦਾਸ ਸਰੋਵਰ ਕਿਹਾ ਹੋਇਆ, ਫਿਰ ਤਾਂ ਵੀ ਉਹੀ ਹੈ ਜਿਹੜਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਜਿਹਨੂੰ ਸ਼ੁਰੂ ਕੀਤਾ, ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ ਸੀ ਸਰੋਵਰ, ਅਤੇ ਇੱਕ ਸੰਤੋਖ ਸਰ, ਇੱਕ ਰਾਮਦਾਸ ਸਰ, ਇਹ ਦੋਨੇ ਸਰੋਵਰ ਮਹਾਰਾਜ ਨੇ ਸ਼ੁਰੂ ਕੀਤੇ। ਸੰਪੂਰਨ ਗੁਰੂ ਅਰਜਨ ਦੇਵ ਜੀ ਨੇ ਕੀਤੇ ਸੀਗੇ, ਅਤੇ ਨਾਮ ਤਾਂ ਉਹੀ ਰਹਿਣਾ ਨਾ। ਕਹਿੰਦੇ ਰਾਮਦਾਸ ਸਰੋਵਰ ਨੀਕਾ, ਇਹ ਜਿਹੜਾ ਸਰੋਵਰ ਬਣਾਇਆ ਇਹਦੇ ਨਾਲੋਂ ਚੰਗਾ ਕੋਈ ਸਰੋਵਰ ਹੈ ਨਹੀਂ। ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਨਹਾਉਣਾ ਆ ਜਾਵੇ ਪਰ ਉਹਨੂੰ ਕਹਿੰਦੇ ਵੀ ਜੀ ਦਾ ਵੀ ਉਧਾਰ ਹੋਊਗਾ, ਜਿਹੜਾ ਨਹਾਉਂਦਾ ਤੇ ਉਹਦੀ ਕੁੱਲ ਦਾ ਵੀ ਉਧਾਰ ਹੋਵੇਗਾ, ਜਿਹਨੂੰ ਨਹਾਉਣਾ ਆ ਗਿਆ। ਵੀ ਜਪ ਹਰ ਹਰ, ਫਿਰ ਐਵੇਂ ਨਹੀਂ ਕਿਸੇ ਦੀ ਨਿੰਦਾ ਚੁਗਲੀ ਨਹੀਂ, ਅਤੇ ਬਾਣੀ ਦਾ ਫਿਰ ਪੱਲਾ ਨਹੀਂ ਛੱਡੀਦਾ। ਫਿਰ ਸਰੋਵਰ ਇੱਕ ਵਾਰੀ ਸਰੋਵਰ 'ਚ ਨਹਾ ਲਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਸਾਨੂੰ, ਅਤੇ ਅੰਮ੍ਰਿਤਸਰ ਸਾਹਿਬ ਜਾ ਕੇ ਤਾਂ ਸਰੋਵਰ 'ਚ ਇਸ਼ਨਾਨ ਕੀਤਾ। ਕਿਤੇ ਛੋਟੀ ਗੱਲ ਹੈ, ਛੋਟੀ ਗੱਲ ਥੋੜ੍ਹੀ ਹੈ, ਕਿਤੇ ਬਹੁਤ ਵੱਡੀ ਗੱਲ ਹੈ। ਅਤੇ ਹੁਣ ਨਹੀਂ ਬਾਣੀ ਛੱਡਣੀ, ਹੁਣ ਨਹੀਂ ਬਾਣੀ ਛੱਡਣੀ। ਫਿਰ ਮਹਾਰਾਜ ਕਹਿੰਦੇ ਤੇਰਾ ਵੀ ਦਾਰ ਕੁੱਲ ਦਾ ਵੀ ਦਾਰ। ਕੁੱਲ ਕਿਹਾ ਇੱਥੇ, ਕੁੱਲਾਂ ਵਾਲਾ ਸਿਸਟਮ ਫਿਰ ਹੋਰ ਵੱਡਾ ਹੋ ਜਾਂਦਾ ਭਾਈ, ਇੱਥੇ ਕੁੱਲ ਕਹਿ ਦਿੱਤਾ। ਅੱਗੇ ਕਹਿੰਦੇ ਨੇ ਰਹਾਓ ਜੈ ਜੈਕਾਰ ਜਗ ਗਾਵੈ, ਮਨ ਚਿੰਦਿਆੜੇ ਫਲ ਪਾਵੈ। ਅਤੇ ਭਾਈ ਫਿਰ ਉਹਦੀ ਜੈ ਜੈਕਾਰ ਹੁੰਦੀ ਹੈ ਜਿਹੜਾ ਬਾਣੀ ਦੇ ਨਾਲ ਜੁੜਦਾ, ਕਿਉਂਕਿ ਸਰੋਵਰ 'ਚ ਨਹਾ ਲਿਆ, ਮਹਾਰਾਜ ਦਾ ਸ਼ੁਕਰ ਕੀਤਾ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰ ਦਿੱਤੀ। ਸੋ ਇਹ ਨਹੀਂ ਵੀ ਹਾਂ ਅਜੇ ਸਰੋਵਰ 'ਚੋਂ ਬਾਹਰ ਹੀ ਆਏ ਅਤੇ ਨਾਲ ਹੀ ਫਿਰ ਪੁੱਠੇ ਪਾਸੇ ਤੁਰ ਪਏ, ਲੜਾਈ ਝਗੜੇ ਕਲਾ ਕਲੇਸ਼, ਘਰ ਜਾਂਦਿਆਂ ਤਾਂ ਬਿਲਕੁਲ ਹੀ ਬਦਲ ਗਏ। ਉਹ ਨਹਾਉਣਾ ਤਾਂ ਫਿਰ ਕੀ ਫਾਇਦਾ ਹੋਇਆ? ਉਹ ਨਹਾਉਣਾ ਤਾਂ ਸੱਪ ਵਾਲੀ ਗੱਲ ਹੋ ਗਈ ਜੀ। ਉਹ ਤਾਂ ਸੱਪ ਜਿਹੜਾ ਆ ਚੰਦਨ ਦੇ ਦਰੱਖਤ ਦੇ ਨਾਲ ਲਪੇਟੇ ਮਾਰਦਾ, ਠੰਡਾ ਹੁੰਦਾ, ਸ਼ਾਂਤ। ਜਦੋਂ ਇਹਨੇ ਚੰਦਨ ਦਾ ਦਰੱਖਤ ਛੱਡਿਆ ਫਿਰ ਜ਼ਹਿਰ ਬਣਦਾ ਉਹ 'ਚ, ਫਿਰ ਵਿਸ ਘੋਲਦਾ, ਫਿਰ ਤਾਂ ਸੱਪ ਵਾਲਾ ਹੀ ਕੰਮ ਹੋ ਗਿਆ। ਇੱਕ ਵਾਰੀ ਸਰੋਵਰ 'ਚ ਨਹਾ ਲਿਆ ਅਤੇ ਸ਼ਾਂਤ ਹੋ ਜਾਣਾ, ਮੁੜ ਕੇ ਨਹੀਂ ਫਿਰ ਵਿਕਾਰਾਂ ਦੇ ਵਿੱਚ ਆਉਣਾ। ਉਹ ਨਹਾਉਣਾ ਆ। ਜਿਹੜੇ ਗੁਰਮੁਖ ਉਹ ਨਹਾਉਂਦੇ ਨੇ ਉਹਨਾਂ ਦੀ ਗੱਲ ਕਰਦੇ, ਕਹਿੰਦੇ ਜੈ ਜੈਕਾਰ ਜਗ ਗਾਵੈ, ਉਹਨਾਂ ਦੀ ਜੈ ਜੈਕਾਰ। ਇਸ ਸਰੋਵਰ ਦੀ ਜੈ ਜੈਕਾਰ ਸਾਰੇ ਗਾ ਰਹੇ ਨੇ। ਕਿਹੜਾ ਰਾਮਦਾਸ ਸਰੋਵਰ ਦੀ ਨਿੰਦਿਆ ਕਰਦਾ? ਸਾਰੇ ਜੈ ਜੈਕਾਰ ਕਰਦੇ ਨੇ, ਸਾਰੇ ਜੈ ਜੈਕਾਰ ਕਰਦੇ ਨੇ। ਅਤੇ ਜੇ ਕਿਸੇ ਨੇ ਭੁੱਲ ਭੁਲੇਖੇ ਨਾਲ ਬੇਅਦਬੀ ਕਰਤੀ, ਨਿੰਦਿਆ ਕਰਤੀ, ਅਤੇ ਫਿਰ ਉਹਦਾ ਬਚਿਆ ਵੀ ਕੱਖ ਨਹੀਂ ਹੈ। ਕੀ ਬਚਣਾ ਉਹਦਾ? ਇਹਦਾ ਖੁਦਾ ਦੇ ਨਾਲ ਮੱਥਾ ਲਾਉਣ ਵਾਲੀ ਗੱਲ ਹੋ ਜਾਂਦੀ ਹੈ। ਮਨ ਚਿੰਦੇ ਅੜੇ ਫਲ ਪਾਵੇ। ਇਸ ਸਰੋਵਰ ਦੀ ਜੈ ਜੈਕਾਰ ਜਿਹੜੇ ਕਰਨਗੇ ਅਤੇ ਕਹਿੰਦੇ ਮਨ ਇੱਛਤ ਫਲ ਪ੍ਰਾਪਤ ਕਰਨਗੇ। ਮਹਾਰਾਜ ਕਹਿੰਦੇ ਨੇ ਸਹੀ ਸਲਾਮਤ ਨਹਾਏ ਆਏ। ਪਾਤਸ਼ਾਹ ਕਹਿੰਦੇ ਸਹੀ ਸਲਾਮਤ ਜਿਹੜਾ ਨਹਾਉਂਦਾ ਉਹ ਆਪਣੇ ਘਰ ਵਿੱਚ ਆਉਂਦਾ। ਹੁਣ ਸਹੀ ਸਲਾਮਤ ਤਾਂ ਇਹੋ ਹੀ ਹੈ ਵੀ ਬਾਣੀ ਪੜ੍ਹਦਿਆਂ ਇਸ਼ਨਾਨ ਕਰੋ, ਬਾਣੀ ਪੜ੍ਹਦਿਆਂ ਇਸ਼ਨਾਨ ਕਰੋ। ਇਸ਼ਨਾਨ ਕਰਨ ਨੂੰ ਮਿਲ ਗਿਆ ਅਤੇ ਮੁੜ ਕੇ ਫਿਰ ਵਿਕਾਰਾਂ ਵਾਲੇ ਪਾਸੇ ਨਹੀਂ ਜਾਣਾ। ਸਹੀ ਸਲਾਮਤ ਨਹਾ ਜਾਏ। ਇਹਦੇ ਵਿੱਚ ਜਿਹੜਾ ਇੱਕ ਵਾਰੀ ਨਹਾ ਲੈਂਦਾ ਉਹ ਸਹੀ ਸਲਾਮਤ ਹੋ ਜਾਂਦਾ। ਹੋਏ ਆ ਥੋੜ੍ਹੇ ਹੋਏ ਆ, ਕਿਤੇ
ਸਟਾਰਟਿੰਗ ਦੇ ਵਿੱਚ ਉਹ ਪਿੰਗਲਾ ਹੋਇਆ ਰਜਨੀ ਦੇ ਘਰ ਵਾਲਾ, ਉਸ ਤੋਂ ਬਾਅਦ ਫਿਰ ਪਤਾ ਨਹੀਂ ਕਿੰਨੇ ਜਣੇ ਸਹੀ ਸਲਾਮਤ ਹੋ ਗਏ। ਸਹੀ ਸਲਾਮਤ ਨਹਾਏ ਆਏ ਜਿਹੜਾ ਨੇ ਆਣ ਕੇ ਇਹਦੇ ਵਿੱਚ ਇਸ਼ਨਾਨ ਕਰ ਲਿਆ, ਸਹੀ ਸਲਾਮਤ ਹੋਏ ਹੈ। ਔਰ ਰਹਿੰਦੀ ਦੁਨੀਆ ਤੇ ਕਰ ਕਹਿੰਦੇ ਹੁੰਦੇ ਰਹਿਣੇ ਹੈ ਆਪਣਾ ਪ੍ਰਭੂ ਧਿਆਏ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜੇ ਫਿਰ ਇਸ ਸਰੋਵਰ ਦੇ ਵਿੱਚ ਆਣ ਕੇ ਸਹੀ ਸਲਾਮਤ ਹੋ ਗਏ ਹਨ, ਉਹ ਫਿਰ ਹੋਰ ਨਹੀਂ ਕਿਸੇ ਨੂੰ ਧਿਆਉਂਦੇ ਜੀ। ਕਹਿੰਦੇ ਮੈਨੂੰ ਜੋ ਮਿਲਿਆ ਇੱਥੋਂ ਹੀ ਮਿਲਿਆ। ਹੁਣ ਚਾਹੇ ਤਨ ਦਾ ਰੋਗ ਚਾਹੇ ਮਨ ਦਾ ਰੋਗ ਹੈ, ਮਨ ਦੇ ਬੜੇ ਰੋਗੀ ਸਹੀ ਸਲਾਮਤ ਹੋਏ ਨੇ ਉੱਥੇ। ਇਹ ਨਹੀਂ ਇਕੱਲੇ ਤਨ ਦੇ ਰੋਗ ਹੀ ਠੀਕ ਹੁੰਦੇ ਆ, ਮਨ ਦੇ ਰੋਗੀ ਵੀ ਠੀਕ ਹੁੰਦੇ ਨੇ। ਅੱਗੇ ਕਿਰਪਾ ਕਰਦੇ ਆ। ਸੰਤ ਸਰੋਵਰ ਨਹਾਵੈ, ਇੱਥੇ ਆਇਆ ਹੁਣ ਸੰਤ ਸਰੋਵਰ। ਇਹ ਆ ਸਾਧ ਸੰਗਤ ਦਾ ਸਰੋਵਰ। ਦੋ ਸਰੋਵਰਾਂ ਦੀ ਗੱਲ ਹੈ ਇਸ ਸ਼ਬਦ ਦੇ ਵਿੱਚ। ਜਦੋਂ ਅਸੀਂ ਪਹਿਲੇ ਰਾਮਦਾਸ, ਉਹ ਤਾਂ ਸਿੱਧਾ ਹੀ ਕਿਹਾ ਮਹਾਰਾਜ ਨੇ ਰਾਮ ਦੇ ਦਾਸਾਂ ਦਾ, ਫਿਰ ਇਹਨੂੰ ਕੀ ਕਹਾਂਗੇ? ਇਹਨੂੰ ਕਿ ਰਾਮ ਦੇ ਦਾਸਾਂ ਦਾ ਸਰੋਵਰ ਨਹੀਂ ਬਈ, ਉਹ ਰਾਮਦਾਸ ਸਰੋਵਰ ਹੈ, ਉਹ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈ। ਇਹ ਸੰਤ ਸਰੋਵਰ ਹੈ। ਇਹ ਇੱਕੋ ਹੀ ਸ਼ਬਦ ਦੇ ਵਿੱਚ ਦੋ ਸਰੋਵਰਾਂ ਦੀ ਗੱਲ ਕਰ ਦਿੱਤੀ। ਇਹ ਸਾਧ ਸੰਗਤ ਦਾ ਸਰੋਵਰ ਜਿੱਥੇ ਮਰਜ਼ੀ ਹੋ ਸਕਦਾ, ਜਿੱਥੇ ਗੁਰੂ ਆ ਉੱਥੇ ਸਾਧ ਸੰਗਤ ਉਹ ਸਰੋਵਰ ਹੈ ਜੀ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ ਨਾਮ ਦਾ ਸਰੋਵਰ। ਤੀਰਥ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਤੀਰਥ ਹੈ। ਗੁਰੂ ਤੀਰਥ ਹੈ। ਮਹਾਰਾਜ ਕਹਿੰਦੇ ਗੁਰ ਤੀਰਥ ਗੁਰ ਪਾਰ ਜਾਤ, ਗੁਰੂ ਹੀ ਪਾਰ ਜਾਤ ਰੁੱਖ ਹੈ, ਗੁਰੂ ਹੀ ਤੀਰਥ ਹੈ। ਫਿਰ ਗੁਰ ਸਿੱਖ ਚੱਲਦਾ ਫਿਰਦਾ ਤੀਰਥ ਹੈ। ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ, ਮਹਾਰਾਜ ਕਹਿੰਦੇ ਨੇ ਗੁਰ ਸਿੱਖ ਚੱਲਦਾ ਫਿਰਦਾ ਤੀਰਥ ਹੈ। ਸੋ ਉਹ ਤਾਂ ਸਾਰਾ ਫਿਰ ਮਹਾਰਾਜ ਨੇ ਵਿਸਥਾਰ ਕਰ ਦਿੱਤਾ ਹੈ ਨਾ। ਪਰ ਜਿਸ ਸ਼ਬਦ ਦੇ ਵਿੱਚ ਜੇ ਅਸੀਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਸਰੋਵਰ ਦੀ ਗੱਲ ਕੀਤੀ ਹੈ, ਅਤੇ ਫਿਰ ਅਸੀਂ ਉਹਨੂੰ ਅਰਥ ਦੂਜੀ ਤਰੀਕੇ ਨਾਲ ਕਰਾਂਗੇ। ਕਾਹਦੇ ਵਾਸਤੇ? ਕਮੀ ਆ ਮਹਾਰਾਜ ਨੇ ਨਾਲ ਹੀ ਇਹ ਸਾਧ ਸੰਗਤ ਦੇ ਸਰੋਵਰ ਦੀ ਗੱਲ ਕਰਤੀ ਅਗਲੇ ਪਦੇ ਦੇ ਵਿੱਚ। ਕਹਿੰਦੇ ਸੰਤ ਸਰੋਵਰ, ਸੰਤ ਜਿਹੜਾ ਤੱਤਾ ਆ ਮੁਕਤਾ ਆ, ਮੁਕਤ ਹੈ, ਸਾਧ ਸੰਗਤ ਦਾ ਪ੍ਰਤੀਕ ਹੈ। ਗੁਰਮੁਖ ਪਿਆਰੇ ਬੈਠੇ ਨਾ, ਉਹ ਸੰਤ ਸਰੋਵਰ ਨਾਵ ਹੈ। ਉਹ ਖੁਦ ਨਹਾਉਂਦੇ ਨੇ। ਜਿਹੜੀ ਅਸਲ ਸਾਧ ਸੰਗਤ ਹੁੰਦੀ ਹੈ, ਸੋ ਉੱਥੇ ਜਿਹੜੇ ਰੱਬ ਦੇ ਪਿਆਰੇ ਬੈਠੇ ਹੋਏ ਹੁੰਦੇ, ਉਹ ਇਸ਼ਨਾਨ ਕਰਦੇ ਪਏ ਹੁੰਦੇ ਨੇ, ਆਲਰੇਡੀ ਇਸ਼ਨਾਨ ਕਰ ਰਹੇ ਆ। ਉਹ ਤਦੇ ਸਰੋਵਰ ਹੈ। ਪਾਣੀ ਹੈ ਤਾਂ ਸਰੋਵਰ ਹੈ, ਪਾਣੀ ਹੈ ਨਹੀਂ ਤਾਂ ਸਰੋਵਰ ਨਹੀਂ ਹੈ। ਪਾਣੀ ਹੈ ਤਾਂ ਸਰੋਵਰ ਹੈ ਭਾਈ। ਨਾਮ ਜਲ ਉੱਥੇ ਹੈ ਉਹਨਾਂ ਦੇ ਪੱਲੇ ਤਾਂ ਸਰੋਵਰ ਹੈ। ਜੇ ਨਾਮ ਜਲ ਹੈ ਨਹੀਂ ਫਿਰ ਸਰੋਵਰ ਕਾਹਦਾ? ਹੁਣ ਇੱਦਾਂ ਦੇ ਸਰੋਵਰ ਦੇ ਵਿੱਚ ਜਿੱਦਾਂ ਕੋਈ ਆਣ ਕੇ ਬਹਿ ਜਾਂਦਾ ਹੈ ਨਾ, ਕਹਿੰਦੇ ਉਹ ਵੀ ਕਹਿੰਦੇ ਉਹਦਾ ਮੱਜਨ ਹੋ ਜਾਂਦਾ, ਉਹ ਤੀਰਥ ਦਾ ਇਸ਼ਨਾਨ ਹੋ ਜਾਂਦਾ ਹੈ। ਕਹਿੰਦੇ ਸੋ ਜਨ ਪਰਮਗਤ ਪਾਵੈ। ਸਾਧ ਸੰਗਤ ਦੇ ਸਰੋਵਰ ਨੂੰ ਮਹਾਰਾਜ ਨੇ ਬੜੀ ਵੱਡੀ ਮਹਾਨਤਾ ਦਿੱਤੀ ਹੋਈ ਹੈ। ਕਹਿੰਦੇ ਉਹ ਪਰਮਗਤ ਸੁਭਾਵ ਸ੍ਰੇਸ਼ਟ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਮਰੈ ਨ ਆਵੈ ਜਾਈ, ਹਰ ਹਰ ਨਾਮ ਧਿਆਈ। ਸੋ ਇਸੇ ਜਿਹੜਾ ਸਾਧ ਸੰਗਤ ਦਾ ਸਰੋਵਰ ਹੈ, ਇਹ 'ਚ ਇਸ਼ਨਾਨ ਕਿੱਦਾਂ ਹੁੰਦਾ? ਕਹਿੰਦੇ ਭਾਈ ਜਿਹੜੇ ਸਤ ਸੰਗੀ ਆ, ਨਾਮ ਧਿਆਉਂਦੇ, ਫੇਰ ਸਰੋਵਰ ਹੈ। ਤੂੰ ਵੀ ਬੈਠ ਕੇ ਨਾਮ ਧਿਆਉਣ ਲੱਗ ਪੈ, ਬਹਿ ਜਾ, ਗੁਰਬਾਣੀ ਪੜ੍ਹ ਸੁਣ। ਜੋ ਵੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲਦਾ, ਨਿਤਨੇਮ ਹੈ, ਕੀਰਤਨ ਹੈ, ਕਥਾ ਆ, ਅਤੇ ਭਾਈ ਬਹਿ ਜਾ। ਅਤੇ ਉਸ ਵੇਲੇ ਮਹਾਰਾਜ ਪਾਤਸ਼ਾਹ ਕਹਿੰਦੇ ਸੋ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ, ਸ੍ਰੇਸ਼ਟ ਅਵਸਥਾ ਨੂੰ ਪ੍ਰਾਪਤ ਹੋਵੇਗਾ। ਸੋ ਇਸ ਕਰਕੇ ਭਾਗਾਂ ਵਾਲੇ ਨੇ। ਸੋ ਜਦੋਂ ਇਹ ਨਿਰਮਲ ਜਲ ਚੱਲਦਾ ਨਾ, ਉਸ ਵੇਲੇ ਜਿਹਨਾਂ ਨੂੰ ਇਸ਼ਨਾਨ ਕਰਨ ਨੂੰ ਮੌਕਾ ਮਿਲ ਜਾਂਦਾ, ਭਾਵੇਂ ਜਦੋਂ ਸਤ ਸੰਗਤ ਚੱਲਦੀ ਹੈ, ਜਦੋਂ ਸਤ ਸੰਗਤ ਹੋ ਰਿਹਾ ਨਾ, ਸਤਸੰਗ ਹੋ ਰਿਹਾ ਹੈ, ਉਹ ਨਿਰਮਲ ਜਲ ਦੇ ਫੁਹਾਰੇ ਚੱਲਦੇ। ਅਤੇ ਭਾਗਾਂ ਵਾਲੇ ਨੇ ਜਿਹੜੇ ਉਸ ਵਕਤ ਇਸ਼ਨਾਨ ਕਰਦੇ ਨੇ। ਮਹਾਰਾਜ ਕਹਿੰਦੇ ਅਤੇ ਇਸ਼ਨਾਨ ਕਰਨਾ ਇਹ ਹਰ ਹਰ ਨਾਮ ਧਿਆਈ, ਇਹ ਇਸ਼ਨਾਨ ਕਰਨਾ। ਜੇ ਹੁਣ ਮੈਂ ਸੰਗਤ ਵਿੱਚ ਬੈਠਾ, ਮੇਰੇ ਫੁਰਨੇ ਹੋਰ ਚੱਲਦੇ, ਮੇਰਾ ਇਸ਼ਨਾਨ ਕਰਦਾ, ਫਿਰ ਤਾਂ ਇਸ਼ਨਾਨ ਹੀ ਕੋਈ ਨਹੀਂ ਹੋਇਆ। ਉਹ ਨਾਮ ਧਿਆਨ ਵਿੱਚ ਨਾਮ ਹੋਵੇ, ਫੇਰ ਇਸ਼ਨਾਨ ਹੈ। ਪਾਤਸ਼ਾਹ ਕਹਿੰਦੇ ਇਸ ਸਰੋਵਰ ਦੇ ਵਿੱਚ ਫੇਰ ਇਸ਼ਨਾਨ ਹੈ। ਇਹ ਬ੍ਰਹਮ ਵਿਚਾਰ ਸੋ ਜਾਣੈ। ਕਹਿੰਦੇ ਇਹ ਬ੍ਰਹਮ ਦੀ ਵਿਚਾਰ ਹੈ, ਸਾਰੇ ਨਹੀਂ ਸਮਝ ਸਕਦੇ। ਪਾਤਸ਼ਾਹ ਕਹਿੰਦੇ ਇਸੇ ਕਰਕੇ ਵਿਚਾਰਾਂ ਦਾ ਤਕਰਾਰ ਹੋ ਜਾਂਦਾ ਹੈ, ਵਿਚਾਰਾਂ ਦਾ ਤਕਰਾਰ ਹੋ ਜਾਂਦਾ ਹੈ। ਸੋ ਇਸ ਨੂੰ ਸਾਰੇ ਨਹੀਂ ਜਾਣ ਸਕਦੇ। ਜਿਹਦੇ ਅੰਦਰ ਬ੍ਰਹਮ ਦੀ ਕਣੀ ਹੈ ਉਹ ਸਮਝੇਗਾ ਜੀ,
ਮੋਹ ਸਮਝ ਕੇ ਬ੍ਰਹਮ ਵਿਚਾਰ ਸੋ ਜਾਣੈ। ਤੇ ਬ੍ਰਹਮ ਦੀ ਕਣੀ ਹੁੰਦੀ ਕਿਹਦੇ ਵਿੱਚ ਹੈ? ਕਹਿੰਦੇ ਜਿਸ ਦਇਆਲ ਹੋਏ ਭਗਵਾਨੈ। ਜਿਹਦੇ 'ਤੇ ਉਹ ਦਇਆ ਕਰਦਾ ਉਹਨੂੰ ਵੀ ਬ੍ਰਹਮ ਦੀ ਕਣੀ ਪ੍ਰਾਪਤ ਹੁੰਦੀ ਹੈ। ਸਾਰਿਆਂ ਨੂੰ ਬ੍ਰਹਮ ਦੀ ਕਣੀ ਨਹੀਂ ਪ੍ਰਾਪਤ ਹੁੰਦੀ। ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੈ। ਜਿਹਨੂੰ ਉਹ ਬਾਣੀ ਸਮਝਾਊਗਾ ਉਹਨੂੰ ਵੀ ਸਮਝ ਲੱਗਣੀ, ਦੂਜੇ ਨੂੰ ਥੋੜ੍ਹੀ ਲੱਗ ਜਾਣੀ ਹੈ। ਫਿਰ ਜ਼ਰੂਰੀ ਨਹੀਂ ਹੈ ਬਾਣੀ ਸਮਝਣ ਵਾਸਤੇ ਵੀ ਵਿਦਵਾਨ ਦਾ ਹੋਣਾ ਜ਼ਰੂਰੀ ਹੈ ਨਾ, ਉਹਦੀ ਕਿਰਪਾ ਦਾ ਹੋਣਾ ਜ਼ਰੂਰੀ ਹੈ। ਉਹ ਚਾਹੇ ਤਾਂ ਅਨਪੜ੍ਹਾਂ ਨੂੰ ਵੀ ਸਿਖਾਲ ਦਿੰਦਾ, ਸਮਝਾਉਣ ਦਾ। ਪੜ੍ਹਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਆ। ਸੋ ਇਹ ਪੜ੍ਹਿਆ ਜਾਂ ਅਨਪੜ੍ਹ ਹੈ, ਇਹ ਤਾਂ ਜਦੋਂ ਅੱਗੇ ਵਿਚਾਰਾਂ 'ਚ ਵਿਚਾਰ ਚੱਲਣੀ ਫਿਰ ਪਤਾ ਲੱਗਣਾ, ਦਰਗਾਹ ਦੀਆਂ ਵਿਚਾਰਾਂ 'ਚ ਪਤਾ ਲੱਗਣਾ ਕਹਿੰਦੇ। ਸੋ ਉਹ ਕਿਰਪਾ ਕਰ ਦੇਵੇ ਫਿਰ ਹੀ ਬਾਣੀ ਦੀ ਸਮਝ ਪੈਂਦੀ। ਜਿਸ ਬਾਣੀ ਨੂੰ ਅਸੀਂ ਬੜਾ ਹੀ ਸੌਖਾ ਸਮਝਦੇ ਹਾਂ, ਹੁਣ ਜਿਨ੍ਹਾਂ 'ਤੇ ਕਿਰਪਾ ਆ ਅਤੇ ਉਹਨਾਂ ਨੂੰ ਜੇ ਕੋਈ ਵੀ ਇਹਦੇ ਅਰਥ ਕਰਦੇ ਕਹਿੰਦੇ ਬੜੇ ਔਖੇ ਹੈ। ਬਾਣੀ ਪੜ੍ਹਨੀ ਤਾਂ ਬੜੀ ਸੌਖੀ ਸੀ, ਕਹਿੰਦੇ ਫਿਰ ਅਰਥ ਬੜੇ ਔਖੇ ਹੈ। ਹੁਣ ਭਾਈ ਉਹਨਾਂ ਨੂੰ ਗਿਆਨ ਦੀ ਕਣੀ ਦਿੱਤੀ ਸੱਚੇ ਪਾਤਸ਼ਾਹ ਜੀ ਨੇ, ਬ੍ਰਹਮ ਦੀ ਵਿਚਾਰ ਦੇ ਦਿੱਤੀ ਉਹਨਾਂ ਨੂੰ। ਇਸ ਕਰਕੇ ਸਹਿਜੇ ਕਿਤੇ ਹੁੰਦੇ ਨਹੀਂ ਪਤਾ ਲੱਗਦਾ ਵੀ ਕਿੱਦਾਂ ਕਰਨੀ ਕਿੱਦਾਂ ਨਹੀਂ। ਕਿਉਂ ਨਹੀਂ ਪਤਾ ਲੱਗਦਾ? ਕੀ ਕਾਰਨ ਹੈ? ਕਾਰਨ ਇਹ ਹੋਈ ਹੈ ਉਹਨਾਂ ਨੇ ਜਿਹੜੀ ਗੱਲ ਕਹਿਣੀ ਹੁੰਦੀ ਉਸ ਅਨੁਸਾਰ ਉਹਨਾਂ ਦਾ ਜੀਵਨ ਚਾਹੀਦਾ ਹੈ। ਜੀਵਨ ਜੇ ਨਹੀਂ ਹੋਇਆ ਗੱਲ ਨਹੀਂ ਕਹੀ ਜਾਂਦੀ। ਸਾਡੇ ਵਰਗੇ ਨੇ ਤਾਂ ਪੜ੍ਹ ਕੇ ਕਹਿ ਦੇਣੀ, ਸਮਝ ਲਈ ਗੱਲ, ਚਲੋ ਕਹਿ ਦਿਓ। ਉਹ ਤਾਂ ਢਾਲਦੇ ਆ ਆਪਣੇ ਆਪ ਨੂੰ, ਜੇ ਤਾਂ ਢਲ ਗਏ ਫੇਰ ਕਹਿਣੀ ਸੌਖੀ ਹੈ, ਜੇ ਨਹੀਂ ਢਲੇ ਕਹਿਣੀ ਔਖੀ ਹੈ। ਇਹਨੂੰ ਕਹਿੰਦੇ ਆਖਣ ਔਖਾ ਸਾਚਾ ਨਾ। ਇਹ ਗੁਰਬਾਣੀ ਅਨੁਸਾਰ ਜਿਨ੍ਹਾਂ ਦਾ ਜੀਵਨ ਹੈ ਉਹ ਤਾਂ ਕਹਿਣਗੇ ਲੈ ਬੰਦਗੀ ਕਰਨੀ ਬੜੀ ਸੌਖੀ ਹੈ। ਹੁਣ ਜਿਨ੍ਹਾਂ ਦਾ ਜੇ ਨਹੀਂ ਹੋ ਰਿਹਾ ਗੁਰਬਾਣੀ ਸੋਝੀ ਦਿੰਦੀ, ਪਰ ਕਣੀ ਉਹਨਾਂ ਕੋਲ ਵੀ ਹੈ, ਤਦੇ ਪਤਾ ਲੱਗਾ ਵੀ ਗੁਰਬਾਣੀ ਅਨੁਸਾਰ ਜੀਵਨ ਨਹੀਂ ਹੋਇਆ। ਕਹਿੰਦੇ ਬੜੀ ਔਖੀ ਹੈ ਬੰਦਗੀ ਕਰਨੀ। ਉਹ ਦੋਨੋਂ ਹੀ ਸੱਚੇ ਨੇ ਬਾਈ। ਜਿਹੜਾ ਔਖਾ ਕਹਿੰਦਾ ਉਹ ਵੀ ਸੱਚਾ, ਸੌਖੇ ਵਾਲਾ ਵੀ ਸੱਚਾ। ਕਿਉਂਕਿ ਉਹਦਾ ਜੀਵਨ ਚੱਲ ਪਿਆ, ਹੁਣ ਉਹਨੂੰ ਉਹ ਰੂਟ ਮਿਲ ਗਿਆ, ਉਹਦੀ ਗੱਡੀ ਵਧੀਆ ਚੱਲਦੀ ਪਈ ਹੈ, ਉਹਨੂੰ ਕੋਈ ਫਰਕ ਨਹੀਂ ਹੋਣਾ। ਮਹਾਰਾਜ ਇੱਥੇ ਕਿਰਪਾ ਕਰਦੇ ਕਹਿੰਦੇ ਬ੍ਰਹਮ ਵਿਚਾਰ ਤਾਂ ਉਹ ਜਾਣਦਾ ਜਿਹਦੇ 'ਤੇ ਉਹ ਦਇਆ ਕਰਦਾ। ਰੱਬ ਭਗਵਾਨ ਹੈ, ਪਰਮਾਤਮਾ। ਬਾਬਾ ਨਾਨਕ ਪ੍ਰਭ ਸ਼ਰਣਾਈ, ਸਭ ਚਿੰਤਾ ਗਣਤ ਮਿਟਾਈ। ਬਾਬਾ ਨਾਨਕ ਜੀ ਇਹ ਗੱਲ ਕਹਿ ਰਹੇ ਨੇ, ਜਾਂ ਇਹ ਕਹਿ ਸਕਦੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਗੁਰੂ ਅਰਜਨ ਦੇਵ ਜੀ, ਹੇ ਪ੍ਰਭੂ ਮੈਂ ਤਾਂ ਤੇਰੀ ਸ਼ਰਨ ਦੇ ਵਿੱਚ ਆ ਗਿਆ, ਕੋਈ ਚਿੰਤਾ ਨਹੀਂ ਹੈ। ਸੁਲਹੀ ਖਾਂ ਸੁਲਭੀ ਖਾਂ ਪਿਰਥੀ ਚੰਦ, ਕਿਸੇ ਦੀ ਕੋਈ ਚਿੰਤਾ ਨਹੀਂ, ਕਿਉਂ ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਅਤੇ ਸਾਨੂੰ ਹੁਣ ਉਪਦੇਸ਼ ਹੈ ਵੀ ਕਹਿ ਰਹੇ ਨੇ ਸਤਿਗੁਰੂ ਜੀ, ਨਾਨਕ ਸ਼ਬਦ ਹੈ ਨਾ, ਸਤਿਗੁਰੂ ਜੀ ਕਹਿ ਰਹੇ ਨੇ ਪ੍ਰਭ ਸ਼ਰਣਾਈ ਕੀ, ਬਾਣੀ ਦੀ ਸ਼ਰਨ। ਬਾਣੀ ਪ੍ਰਭ ਹੈ, ਜਿਹੜਾ ਬਾਣੀ ਦੀ ਸ਼ਰਨ ਵਿੱਚ ਆ ਜਾਂਦਾ ਸਭ ਚਿੰਤਾ ਗਣਤ ਮਿਟਾਈ। ਗਿਣਤੀਆਂ ਮਿਣਤੀਆਂ ਚਿੰਤਾਵਾਂ ਫਿਕਰ ਝੋਰੇ ਸਾਰੇ ਮੇਟ ਕੇ ਰੱਖ ਦਿੰਦਾ ਜਿਹੜਾ ਗੁਰਬਾਣੀ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ ਜੀ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਬਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੂ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇਂ ਸਦਾ ਸਿਫ ਸਲਾਹ, ਤੇਰੀ ਨਾਉ ਮਨ ਵਸਾਵੇ। ਨਾਮ ਜਿਨ ਕੈ ਮਨ ਬਸਿਆ, ਵਾਜੇ ਸ਼ਬਦ ਖਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ।
ਸਾਚ ਨਾਮ ਦਾ ਹਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨੈ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੋਣੋ ਸੰਤੋ ਸ਼ਬਦ ਧਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਆ ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜਭਾਗਿਓ ਸਗਲ ਮਨੋਰਥ ਪੂਰੇ, ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਹਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤ ਗੁਰਿਆ, ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤ ਗੁਰਿਆ, ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਨਾ ਸਿਰ ਦਾ ਨਾਮਦਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਹੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਮਤ ਪੁੱਛੀ ਮਨ ਗੁਰੂ ਪਾਤ ਕੀ ਰਾਖੀ ਆਪ ਮਹਾਰਾਜ ਜੀ ਆਪ ਨੇ ਬੜੀ ਕਿਰਪਾ ਕੀਤੀ। ਅਨੰਦ ਦੇ ਦੀਵਾਨ ਸਜੇ ਸਜੇ ਦੁਆਰਾ ਪ੍ਰੇਮ ਦੀਆਂ ਬਾਣੀਆਂ ਦੀ ਜਾ ਆਸ਼ਾ ਜੀ ਵਾਰ ਦੇ ਕੀਰਤਨ ਸ਼ਬਦ ਵਿਚਾਰ ਸਭ ਸ਼ੇਪ ਬਾਣੀ ਦਾ ਮਹੱਤਵ ਹੈ। ਸੰਤਾਂ ਨੂੰ ਬਖਸ਼ਣ ਸਰਬੱਤ ਸੰਤਾਂ ਦੀਆਂ ਮਨੋਕਾਂ ਨੂੰ ਸਾਰ ਬਖਸ਼ਿਆ ਦਾਤਾ ਜੀ ਬੜਾ ਬਖਸ਼ਾ ਕੇ ਕੀਤਾ ਗਰੀਬ ਬਖਸ਼ਾ ਸੋਚ ਸੀਰ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੋ ਜੀ ਛਕਿਆ ਆਪਣਾ ਨਾਮ ਤੇ ਪਾਵਨ ਬਖਸ਼ੋ ਜੀ। ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਮਿਲਣੇ ਜਨਾਬ ਦੇ ਨਾਮ ਚ ਆਵੇ। ਨਾਨਕ ਨਾਮ ਚੜ੍ਹਦੀ ਕਲਾ ਏ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਵੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰ ਕੀ ਦੇ ਕੋਈ ਸ਼ਬਦ ਮੈਂ ਲੇ ਆਕੀ ਰਹਿ ਨ ਕੋਏ ਗੁਰ ਚੇ ਸ਼ਰਨ ਜੋ ਹੋਏ
ਚੜੇ ਸੋ ਉਤਰੇ ਪਾਰ ਗੁਰ ਪਾਰ ਉਤਾਰਨਹਾਰ ਕਲਗੀ ਸੁਦੇਸੀ ਗੁਰੂ ਕਲਗੀ ਧਰ ਜਗਦੀਸ਼ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀਓ। ਸੋ ਕਹੋ ਟਲ ਗੁਰ ਸੇਵੀਆ ਅਹਨਸੈ ਸਵਾਏ। ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਸੰਕੁਰ ਸੋਂ ਚਟਿਆ। ਤੁਰ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਬਿਲਾਵਲ ਮਹੱਲਾ ਪੰਜਵਾਂ। ਬਿਨ ਹਰ ਕਾਮ ਨ ਆਵਤ ਹੈ। ਜਾ ਸਿਉ ਰਾਚ ਮਾਚ ਤੁਮ ਲਾਗੇ। ਓ ਮੋਹਨੀ ਮੋਹਾਵਤ ਹੈ। ਬਿਨ ਹਰ ਕਾਮ ਨ ਆਵਤ ਹੈ। ਜਾ ਸਿਉ ਰਾਚ ਮਾਚ ਤੁਮ ਲਾਗੇ। ਓ ਮੋਹਨੀ ਮੋਹਾਵਤ ਹੈ। ਰਹਾਉ ਕਨਿਕ ਕਾਮਨੀ ਸੇਜ ਸੋਹਨੀ। ਛੋੜ ਖਿਨੈ ਮੈਂ ਜਾਵਤ ਹੈ। ਉਰਜ ਰਹਿਓ ਇੰਦਰੀ ਰਸ ਪ੍ਰੇਰਿਓ। ਬਿਖੈਠ ਗੌਰੀ ਖਾਵਤ ਹੈ। ਤ੍ਰਿਣ ਕੋ ਮੰਦਰ ਸਾਜ ਸਵਾਰਿਓ। ਪਾਵਕ ਤਲੈ ਜਰਾਵਤ ਹੈ। ਐਸੇ ਗੜ ਮੈਂ ਐਠ ਹਠੀਲੋ। ਫੂਲ ਫੂਲ ਕਿਆ ਪਾਵਤ ਹੈ। ਪੰਚ ਦੂਤ ਮੂਡ ਪਰ ਠਾਡੇ। ਕੇਸ ਗਹੇ ਫਿਰਾਵਤ ਹੈ। ਦ੍ਰਿਸ਼ਟ ਨ ਆਵੈ ਅੰਧ ਅਗਿਆਨੀ। ਸੋਈ ਰਹਿਓ ਮਦ ਮਾਵਤ ਹੈ। ਜਾਲ ਪਸਾਲ ਚੋਗ ਵਿਸਥਾਰੀ। ਪੰਖੀ ਜਿਉ ਫਹਾਵਤ ਹੈ। ਕਹੁ ਨਾਨਕ ਬੰਧਨ ਕਾਟਨ ਕੋ। ਮੈਂ ਸਤਿਗੁਰ ਪੁਰਖ ਧਿਆਵਤ ਹੈ। ਜਾਲ ਪਸਾਲ ਚੋਗ ਵਿਸਥਾਰੀ। ਪੰਖੀ ਜਿਉ ਫਹਾਵਤ ਹੈ। ਕਹੁ ਨਾਨਕ ਬੰਧਨ ਕਾਟਨ ਕੋ। ਮੈਂ ਸਤਿਗੁਰ ਪੁਰਖ ਧਿਆਵਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।